जे मिलना कलंगियां वाले नो, 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 कलंगियां वाले नो, जे मिलना कलंगियां वाले नो। ओ खंडे दा अमृत छक ले, जे मिलना कलगियां वाले नो, जे मिलना प्रीतम प्यारे नो। ओ खंडे दा अमृत छक ले, मिलना बाजा वाले नो, जे मिलना कलगियां वाले नो। खंडे दा अमृत छक ले, जे मिलना बाजा वाले नो, जे मिलना कलगियां वाले नो। खंडे दा अमृत छक ले तू, खंडे दा अमृत छक ले जी, जे मिलना कलगियां वाले नो, जे मिलना बाजा वाले नो। खंडे दा अमृत छक ले, जे मिलना कलगियां वाले नो, जे मिलना बाजा वाले नो। खंडे दा अमृत छक ले, जे मिलना बाजा वाले नो, जे मिलना कलगियां वाले नो। पीवो पहुल खंड तार होए जन्म सवेला, बाहो बाहो गोविंद सिंह आपे गुर चेला। परम ते सत्कारयोग गुरां की साज के नवाजी साध संगत जी, आओ अंम੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਗੁਰਾਂ ਦੇ ਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਕਮਲਾਂ ਅੰਦਰ ਆਪਣੀਆਂ ਅਮੋਲਕ ਘੜੀਆਂ, ਵੱਡਮੁੱਲੀਆਂ ਘੜੀਆਂ ਸੁਪਨੇ ਬਣਾਉਣ ਵਾਸਤੇ ਗੁਰੂ ਚਰਨਾਂ ਵਿੱਚ ਪਹੁੰਚੇ ਹਾਂ। ਮਹਾਰਾਜ ਕਹਿੰਦੇ ਨੇ ਵੱਡੇ ਭਾਗ ਹਨ, ਵਡਭਾਗੀ ਹਰ ਸੰਗਤ ਪਾਵੇ। ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਅੰਮ੍ਰਿਤ ਪੀਵੋ, ਗੁਰਬਾਣੀ ਦਾ ਲੇਖ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤ। ਮਾਝੀ ਕਹਿੰਦੇ ਕਿਹੜਾ ਅੰਮ੍ਰਿਤ ਛਕਣਾ ਹੈ? ਇੱਕੋ ਅੰਮ੍ਰਿਤ ਹੈ ਜੋ ਰੋਜ਼ਾਨਾ ਹੀ ਗੁਰੂ ਦੇ ਚਰਨਾਂ ਵਿੱਚ ਆ ਕੇ ਛਕਣਾ ਹੈ। ਉਹ ਕੀ ਹੈ? ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨਾ ਹੈ। ਅੰਮ੍ਰਿਤ ਪੀਵੋ, ਕਿਹੜਾ? ਸਦਾ ਚਿਰ ਜੀਵੋ। ਮਾਝੀ ਕਹਿੰਦੇ ਅੰਮ੍ਰਿਤ ਪੀਣ ਵਾਲਾ, ਅੰਮ੍ਰਿਤ ਛਕਣ ਵਾਲਾ ਸਦਾ ਅਮਰ ਹੋ ਜਾਂਦਾ ਹੈ। ਇਹ ਤਾਂ ਨਹੀਂ ਵੀ ਇੱਕ ਵਾਰੀ ਅੰਮ੍ਰਿਤ ਛਕ ਲਿਆ, ਕਿਰਪਾਨ ਪਾ ਲਈ, ਸ਼ਹਿਰਾ ਪਾ ਲਿਆ, ਕੜੇ ਪਾ ਲਏ, ਮੁਕਤ ਹੋ ਗਿਆ। ਨਹੀਂ, ਇਹ ਦਾਖਲਾ ਹੈ ਹਜੇ ਤਾਂ। ਦਾਖਲੇ ਤੋਂ ਅੱਗੇ ਫਿਰ ਸਕੂਲ ਵਿੱਚ ਬੱਚਾ ਜਾਂਦਾ ਹੈ, ਫਿਰ ਹੌਲੀ ਹੌਲੀ ਪੜ੍ਹਾਈ ਹੁੰਦੀ ਹੈ। ਕਈ ਮਨੁੱਖਾਂ ਨੇ ਦਾਖਲਾ ਲੈ ਕੇ ਜਿਹੜੇ ਸਕੂਲ ਦਾ ਦਾਖਲਾ ਉਹਦੇ ਵਿੱਚ ਨਹੀਂ ਜਾਂਦੇ, ਹੋਰ ਸਕੂਲਾਂ ਵਿੱਚ ਜਾਂਦੇ। ਦਾਖਲਾ ਕਿਹੜੇ ਸਕੂਲ ਤੋਂ ਲਿਆ, ਉਹਦੇ ਨੇਮ, ਉਹਦਾ ਨਿਯਮ, ਉਹਦੇ ਅਸੂਲ ਉਹਨੂੰ ਪਤਾ ਹੋਣਾ ਚਾਹੀਦਾ। ਪਰ ਅੰਮ੍ਰਿਤ ਕਿਤੇ ਹੋਰ ਛਕਿਆ ਤੇ ਜਾਂਦਾ ਕਿਤੇ ਹੋਰ ਹੈ। ਬਾਣਾ ਪਾ ਕੇ ਪੂਰਾ ਕਿਤੇ ਠੇਕੇ ਉੱਤੇ ਖੜਾ ਹੋਵੇ ਸਿੱਖ, ਕਿਹੋ ਜਿਹਾ ਲੱਗਦਾ ਤੁਹਾਨੂੰ? ਕਿਹੋ ਜਿਹਾ ਲੱਗੂਗਾ ਸਾਰਿਆਂ ਨੂੰ? ਬੇਨੂੰ ਸੰਗ ਸ਼ਰਮ ਹੈ, ਇਹੋ ਹੀ ਮੁੱਖ ਵਿੱਚ ਰਕੂਗਾ। ਇਹ ਨਹੀਂ ਤੁਸੀਂ ਕਹੋਗੇ ਵੀ ਚਲੋ ਚੰਗਾ ਵਧੀਆ ਵਿਚਾਰਾ ਖੜਾ ਇੱਥੇ। ਚਾਹੇ ਮੂਰਖ ਤੋਂ ਮੂਰਖ ਬੰਦਾ ਹੋਵੇ, ਅਣਜਾਣ ਤੋਂ ਅਣਜਾਣ ਬੰਦਾ ਵੀ ਹੋਵੇ, ਉਹ ਵੀ ਕਹੂਗਾ ਤੈਨੂੰ ਸ਼ਰਮ ਨਹੀਂ ਆਉਂਦੀ ਆ? ਕਿਰਪਾਨ ਕਿਉਂ ਪਾਈ ਹੈ? ਲਾ ਕੇ ਮਾਰੇ ਨੂੰ ਪਰੇ।
ਇਹ ਮੁੱਖ ਵਿੱਚੋਂ ਨਿਕਲੂਗਾ। ਇੱਕ ਦਾਖਲਾ ਲੈ ਕੇ ਹੋਰ ਸਕੂਲ ਦਾ ਜਾਂਦੇ ਹੋਰ ਕਿਸੇ ਪਾਸੇ ਨਹੀਂ। ਮਹਾਰਾਜ ਜੀ ਕਹਿੰਦੇ ਕੋ ਅੰਮ੍ਰਿਤ ਹੈ ਬਈ ਰੋਜ਼ ਦਾ ਅੰਮ੍ਰਿਤ ਛਕਣਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹ ਅੰਮ੍ਰਿਤ ਤੋਂ ਲੈਦਾ ਦੱਸ ਦਿੱਤਾ ਮਹਾਰਾਜ ਜੀ ਨੇ। ਕਹਿੰਦੇ ਇੱਕੋ ਬਾਣੀ ਹੈ ਪਰਮਾਤਮਾ ਦੀ, ਜਿਹੜੀ ਰੋਜ਼ ਮਨੁੱਖ ਜਪਦਾ ਹੈ, ਸੁਣਦਾ ਹੈ, ਜਿਹਦੀ ਬਾਬਤ ਮਹਾਰਾਜ ਜੀ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਦੁੱਖ ਤੇ ਪਾਪਾਂ ਦਾ ਨਾਸ ਹੋ ਜਾਂਦਾ। ਕਿਹੋ ਜੀ ਬਾਣੀ ਹੈ। ਇਸ ਕਰਕੇ ਉਹ ਰੋਜ਼ ਆਪ ਅੰਮ੍ਰਿਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਵਡਭਾਗੀ ਰੂਹਾਂ ਨੇ ਜਿਹੜੀਆਂ ਆ ਕੇ ਸੁਣਦੀਆਂ ਨੇ, ਉਹਨਾਂ ਦੇ ਵੱਡੇ ਭਾਗ ਹਨ। ਜੋੜਿਓ ਖਿਆਲ ਆਪਣੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ, ਜਿੱਥੇ ਧੰਨ ਬਾਜਾਂ ਵਾਲੇ, ਜਿੱਥੇ ਸੰਗਤ ਨੂੰ ਆਈ ਨੂੰ ਬੜਾ ਪਿਆਰ ਦਿੰਦੇ ਹਨ। ਤੇ ਜਿਹੜਾ ਇੱਕ ਵਾਰੀ ਬਾਜਾਂ ਵਾਲੇ ਦਾ ਬਣ ਗਿਆ, ਮੁੜ ਕੇ ਫਿਰ ਉਹ ਘਰ ਜਾਣ ਦਾ ਨਾਂ ਨਹੀਂ ਲੈਂਦਾ। ਉਹਨੂੰ ਅੰਮ੍ਰਿਤ ਹੀ ਐਸਾ ਛਕਾਉਂਦੇ ਨੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ। 2 ਟਾਈਮ ਸੁਬਾਹ ਵੀ ਸ਼ਾਮ ਨੂੰ ਵੀ, ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਸੁਬਾਹ ਨਿਤਨੇਮ ਹੁੰਦਾ ਹੈ, ਫਿਰ ਕਥਾ ਕੀਰਤਨ ਹੁੰਦਾ ਹੈ। ਪ੍ਰਵਾਹ ਚੱਲ ਰਿਹਾ ਨਾ, ਤੁਹਾਡੇ ਸਾਹਮਣੇ ਚੱਲ ਰਿਹਾ। ਸੁਬਾਹ ਵੀ ਚੱਲਦਾ ਤੇ ਸ਼ਾਮ ਨੂੰ ਵੀ ਚੱਲਦਾ ਹੈ। ਇਸੇ ਤਰ੍ਹਾਂ ਗੁਰੂ ਦੇ ਘਰ ਦਾ ਸਿਧਾਂਤ ਹੀ ਅਸਲੇ ਹੋਈ ਹੈ ਵੀ ਉੱਥੇ ਨਿਤਨੇਮ ਹੋਵੇ, ਗੁਰਬਾਣੀ ਨਾਲ ਜੋੜਿਆ ਜਾਵੇ। ਆਪ ਜਪੈ ਬਰ ਨਾਮ ਜਪਾਵੇ। ਨਹੀਂ, ਬਹੁਤ ਗੁਰੂ ਘਰ ਐਸੇ ਨੇ, ਚਲੋ ਉੱਥੇ ਜਪਜੀ ਸਾਹਿਬ ਪੜ੍ਹਿਆ ਹੋਇਆ, ਹੁਕਮਨਾਮਾ ਲਿਆ, ਜਪਜੀ ਸਾਹਿਬ ਪੜ੍ਹਿਆ, ਆਨੰਦ ਸਾਹਿਬ ਪੜ੍ਹਿਆ, ਦੇਗ ਵਰਤਾਈ, ਚਲੋ ਜੀ ਚਲੇ ਗਏ ਲੋਕੀ ਘਰਾਂ ਨੂੰ ਆਪੋ ਆਪਣੇ। ਕਿਸੇ ਨੂੰ ਪਤਾ ਤਾਂ ਨਹੀਂ ਲੱਗਿਆ ਵੀ ਸਿਧਾਂਤ ਕੀ ਹੈ, ਨਿਤਨੇਮ ਦਾ ਕੀ ਹੈ, ਅੰਮ੍ਰਿਤ ਵੇਲੇ ਉੱਠਣ ਦਾ ਕੀ ਹੈ, ਗੁਰੂ ਦੇ ਘਰ ਵਿੱਚ ਆਉਣ ਦਾ ਸਿਧਾਂਤ ਕੀ ਹੈ। ਇਸ ਕਰਕੇ ਜਦੋਂ ਫਿਰ ਕਿਤੇ ਜਾਵਾਂਗੇ, ਕਥਾ ਕੀਰਤਨ ਹੁੰਦਾ ਹੋਊਗਾ, ਫਿਰ ਇਹ ਸਿਧਾਂਤ ਦਾ ਪਤਾ ਲੱਗ ਜਾਂਦਾ ਹੈ। ਕਰਕੇ ਆਓ, ਅੱਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਅੰਮ੍ਰਿਤ ਵੇਲੇ ਦੀਵਾਨ ਸਜਦਾ ਹੈ, ਸੰਗਤ ਜੁੜਦੀ ਹੈ। ਤੇ ਉਧਰ ਸਜਦਾ ਮਿਲਾ ਜਿਹੜੇ ਨਾ ਗੁਰੂ ਦੇ ਘਰ ਦੇ ਵਿੱਚੋਂ ਸਜਦਾ ਰੋਜ਼ ਅਰਦਾਸਾਂ ਬੇਨਤੀਆਂ ਕਰਦਾ ਹੈ ਵੀ ਮੈਂ ਗੁਰੂ ਦੇ ਘਰ ਦੇ ਵਿੱਚ ਜਾਵਾਂ, ਪਰ ਮਨ ਵਿੱਚ ਇਹ ਹੈ ਗਰੀਬੀ ਬਹੁਤੀ ਹੈ ਮੇਰੇ ਕੋਲ, ਮੈਂ ਗਰੀਬੀ ਦੇ ਕਾਰਨ ਜਿਹੜਾ ਉਹ ਜਾ ਨਹੀਂ ਸਕਦਾ। ਰੋਜ਼ ਸਜਦਾ ਮਿਲਾ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ। ਮਹਾਰਾਜ ਕਹਿੰਦੇ ਚਤਰਾਈ ਨਾ ਚਤਰ ਬੁਝ ਪਾਈਏ। ਹੁਣ ਸਜਦਾ ਮਿਲਾ ਰੋਜ਼ ਸੋਚਦਾ ਸੱਚਾ ਪਾਤਸ਼ਾਹ ਕਿਰਪਾ ਕਰ ਦਿਓ, ਮੈਂ ਸੁਣਿਆ ਤਾਂ ਜ਼ਰੂਰ ਹਾਂ ਤੈਨੂੰ ਕੀ ਕਹਿੰਦੇ ਨੇ, ਤੈਨੂੰ ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਨਿਵਾਜ ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਤੈਨੂੰ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਤੈਨੂੰ ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ, ਤੈਨੂੰ ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ ਨੂੰ। ਉਹ ਗੁਰੂ ਨਾਨਕ ਦਾ ਘਰ ਐਸਾ ਹੈ, ਭਾਵੇਂ ਕੋਈ ਵੀ ਆ ਜੇ ਚੱਲ ਕੇ, ਉਹਦਾ ਵੀ ਸਤਿਗੁਰੂ ਜੀ ਜਿਹੜਾ ਉਹ ਭਲਾ ਕਰਦੇ ਨੇ, ਕਿਰਪਾ ਕਰਦੇ ਹਨ। ਪਰ ਹੋਵੇ ਸ਼ਰਧਾ ਤੇ ਭਾਵਨਾ ਅੰਦਰ। ਮਰਜੀ ਕਹਿੰਦੇ ਜਦੋਂ ਸ਼ਰਧਾ ਤੇ ਭਾਵਨਾ ਹੈ ਫਿਰ ਜ਼ਰੂਰ ਗੁਰੂ ਪਹੁੰਚਦਾ। ਬੇੜੇ ਬੜੇ ਨੇ, ਕੱਲ ਫਿਰ ਆਪ ਜੀ ਨੇ ਸੁਣਿਆ ਸੀ ਬਹੁਤ ਬੇੜੇ ਲੱਗੇ ਹੋਏ ਨੇ। ਕਿਸੇ ਅਮੀਰ ਧਨਾੜ ਦੇ ਬੇੜੇ 'ਚ 500-400 ਬਹਿ ਜਾਂਦਾ, 100 ਬਹਿ ਜਾਂਦਾ, 200 ਬਹਿ ਜਾਂਦਾ। ਉਹ ਬੇੜੇ ਪਾਰ ਕਰ ਦਿੰਦੇ ਨੇ। ਭਾਈ ਸਜਦੇ ਬਲਾ ਦਾ ਬੇੜਾ ਜਿਹੜਾ ਨਾ, ਉਹਦੀ ਬਾਬਤ ਭਾਈ ਭਗਤ ਕਬੀਰ ਜੀ ਫਰਮਾਨ ਕਿ ਕਬੀਰ ਬੇੜਾ ਜਰਜਰਾ,
ਫੁੱਟੇ 6000 ਹਰੂਏ ਹਰੂਏ ਤਰਗੇ ਡੁੱਬੇ ਜਿਨ ਸਿਰ ਭਾਰ ਭਾਰ। ਕਹਿੰਦੇ ਉਹਦਾ ਬੇੜਾ ਜਰਜਰ ਜਰ ਨਾਲ ਖਾਧਾ ਪਿਆ ਬੇੜਾ। ਤੇ ਸੈਦਾ ਮਲਾ ਰੋਜ਼ ਉਹਦੇ ਵਿੱਚ ਝਾੜ ਕੇ ਕੱਪੜਾ ਵਿਛਾ ਦਿੰਦਾ ਹੈ। ਤੇ ਇੱਕੋ ਹੀ ਮਨ ਵਿੱਚ ਇੱਛਾ ਹੈ ਇਸ ਬੇੜੇ ਵਿੱਚ ਕਲਗੀਆਂ ਵਾਲੇ ਆ ਕੇ ਆਪ ਬੈਠਣ। ਇਹ ਨਹੀਂ ਹੈ ਵੀ ਕੋਈ ਸੰਗਤ ਬੈਠੇ ਜਾਂ ਕੋਈ ਹੋਰ ਬੈਠੇ, ਨਹੀਂ, ਜਾਂ ਕੋਈ ਮੁਸਾਫਰ ਬਹਿ ਜੇ ਮੈਨੂੰ 4 ਪੈਸੇ ਬਣ ਜਾਣ, ਨਹੀਂ, ਇਹ ਵੀ ਨਹੀਂ ਮਨ ਵਿੱਚ। ਇੱਕੋ ਹੀ ਮਨ ਵਿੱਚ ਸ਼ਰਧਾ ਤੇ ਭਾਵਨਾ, ਮੇਰੇ ਬੇੜੇ ਵਿੱਚ ਕਲਗੀਆਂ ਵਾਲੇ ਆਪ ਮੁਬਾਰਕ ਚੱਲਣ ਪਾਉਣ। ਸ਼ਰਧਾ ਸਾਰਿਆਂ ਦੀ ਇਹੋ ਹੀ ਹੈ ਜਿਤਨੇ ਵੀ ਹੈ, ਪਰ ਉਹਨਾਂ ਦੇ ਵੱਡੇ ਬੇੜੇ ਨੇ। ਉਹ ਬੇੜੇ 'ਚ ਬਿਠਾ ਕੇ ਮੁਸਾਫਰ ਨੂੰ ਇੱਧਰੋਂ ਅਗਲੇ ਪਾਰ ਕਰ ਦਿੰਦੇ ਨੇ, ਉੱਧਰੋਂ ਇੱਧਰਲੇ ਪਾਰ ਕਰ ਦਿੰਦੇ ਨੇ। ਸੈਦਾ ਮਿਲਾ ਸੋਚਦਾ ਮੇਰੇ ਬੇੜੇ ਵਿੱਚ ਕੋਈ ਨਹੀਂ ਬਹਿੰਦਾ, ਮੈਂ ਕੀ ਕਰਾਂ। ਮੈਨੂੰ ਮੰਗਿਆ ਹੋਇਆ ਵੀ ਕੁਝ ਨਹੀਂ, ਕਿਉਂਕਿ ਘਰ ਵਿੱਚ ਬੱਚੇ ਨੇ। ਤੇ ਜਿਹੜੀ ਆ ਲਾਈ ਪੇਟ ਦੀ ਪਟਾਰੀ ਕੂੜ ਕੂੜ ਸਭ ਹਾਰੀ, ਜਿਹੜੀ ਆ 4 ਬਰਮਾ ਵਾਲੇ 4 ਮੁਖ ਵਾਲੇ ਬਰਮਾ ਨੇ ਮਨੁੱਖ ਦੇ ਸਰੀਰ ਤੇ ਢਿੱਡ ਲਾ ਦਿੱਤਾ। ਇਸ ਨੂੰ ਭਰਨ ਵਾਸਤੇ ਜਿਤਨਾ ਵੀ ਮਨੁੱਖ ਹੈ ਕੰਮ ਕਰਦਾ, ਕੋਈ ਵੀ ਕੰਮ ਧੰਦਾ ਕਰਦਾ, ਤੁਸੀਂ ਪੁੱਛੋ ਕਿਵੇਂ, ਕਹਿੰਦਾ ਕੀ ਕਰੀਏ, ਢਿੱਡ ਮਾਰੇ ਕਰਦੇ ਆ। ਤੇ ਇਸ ਨੂੰ ਭਰਨ ਵਾਸਤੇ ਜਿਹੜਾ ਤਾਂ ਮਨੁੱਖ ਇਸ ਨੂੰ ਭਰਨ ਵਾਸਤੇ ਹੀ ਹੋ ਗਿਆ ਵੀ ਪੇਟ ਹੀ ਭਰਨਾ ਹੈ, ਉਹਦੀ ਬਾਬਤ ਲਿਖਦੇ ਨੇ ਪੇਟ ਭਰਿਆ ਪੇਟ ਭਰਿਓ ਪਸ਼ੂਆ ਜੋ ਸੋਇਓ, ਮਨੁੱਖ ਜਨਮ ਨਹੀਂ ਹਾਰੇ। ਮਹਾਰਾਜ ਜੀ ਕਹਿੰਦੇ ਜੇ ਮਨੁੱਖ ਇਹ ਕਰੇ ਵੀ ਮੈਂ ਜਿਉਣ ਵਾਸਤੇ ਹੀ ਭੋਜਨ ਖਾਣਾ, ਮੇਰਾ ਸਰੀਰ ਚੱਲਦਾ ਰਵੇ। ਹੁਣ ਸੈਦਾ ਮਿਲਾ ਜੇ ਕਿਤੇ ਮਿਲ ਜਾਂਦਾ ਭੋਜਨ ਦਾ ਟੁਕੜਾ ਤਾਂ ਛਕ ਲੈਂਦਾ ਹੈ, ਪਰ ਛਕਦਾ ਕਿਵੇਂ ਹੈ? ਪਰਮਾਤਮਾ ਦਾ ਸ਼ੁਕਰ ਕਰਕੇ। ਕਹਿੰਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੇ ਗਣਤ ਭਰੇ ਭੰਡਾਰ। ਰੋਜ਼ ਸੈਦਾ ਮਿਲਾ ਅਰਦਾਸਾਂ ਬੇਨਤੀਆਂ ਕਰਦਾ, ਟੁੱਟੀ ਜੀ ਛੰਨ ਹੈ, ਛੁੱਟਾ ਜਾ ਘਰ ਹੈ ਜਿਹਦੇ ਵਿੱਚ ਬੱਚੇ ਵੀ ਰਹਿੰਦੇ, ਆਪ ਵੀ ਰਹਿੰਦਾ ਹੈ। ਉਹ ਸਤਲੁਜ ਦੇ ਜਿਹੜਾ ਨਾ ਉਹ ਕੰਢੇ ਦੇ ਉੱਤੇ ਜਿਹੜੀ ਛੱਪਰੀ ਪਾਈ ਹੋਈ ਹੈ, ਭਲੀ ਸੁਹਾਵੀ ਛੱਪਰੀ ਜਾਂ ਮੈਂ ਗੁਣ ਗਾਏ। ਕਹਿੰਦੇ ਉਹ ਛੱਪਰੀ ਐਸੀ ਹੈ ਮਹਿਲ ਵੀ ਬਣੇ ਹੋਏ ਨੇ ਉੱਥੇ ਨੇੜੇ ਤੇੜੇ, ਬੜੇ ਵੱਡੇ ਵੱਡੇ ਮਹਿਲ ਬਣੇ ਨੇ, ਪਰ ਉਹ ਜਿਹੜੀ ਛੰਨ ਹੈ ਨਾ ਉਹਦੇ ਵਿੱਚੋਂ ਕੀ ਮਰਜੀ ਕੀ ਕਹਿੰਦੇ ਨੇ, ਬਸਤਾ ਟੁੱਟੀ ਝੂੰਪੜੀ। ਗੁਰਬਾਣੀ ਵਿੱਚ ਫਰਮਾਨ ਕੀਤਾ ਇਸ ਗੱਲ ਦਾ, ਕੀ ਕਹਿੰਦੇ ਨੇ, ਬਸਤਾ ਟੁੱਟੀ ਝੂੰਪੜੀ ਚਿਰਤਾ ਵਚਨਾ ਜਾਤ ਨਾ ਪਾਤ ਨਾ ਆਦਰੋ। जात ना पात ना आदरो, ध्यान पर मिन्ना मित्र न इठतान रूपहीन। मित्र नैट धन रूपहीन, किस साक न छा राजा सगरी सिट का, हर नामन बिना जिसकी धूड़ मानी उतरे, जिसकी धूड़ मन उतरे प्रभ होए सो प्रसन्ना। मज कहते वो राजा है, सारी सृष्टि का राजा है, किहड़ा हर नाम मन भिन्ना, जिहदा परमेश्वर के नाम दे नाल मन जुड़िया होया सब तो वड्डा राजा है। वैसे राजा नाम रज्जे होए दे है, पिछे मैं तुहाडे नाल समझ करते भी जिहड़ा रज्जिया पुज्जिया उहनूं राजा कहंदे ने। हुण वड्डा मनुख जिहड़ा ना राजे जिवें महाराजे होए ने, वो रज्जे नहीं सी, वो तां भुखे ही सी। ਉਹਨਾਂ ਨੂੰ ਇਹ ਸੀ ਆ ਰਾਜ ਭਾਗ ਮਿਲ ਜੇ ਤੂੰ ਅਗਲਾ। ਮੈਂ ਭੁੱਖਾ ਬੰਦਾ ਹੀ ਸੋਚਦਾ ਹੁੰਦਾ ਨਾ ਗਾਹਾਂ ਨੂੰ ਵੀ ਇੱਧਰ ਨੂੰ ਵੀ ਜਾਵਾਂ ਇੱਧਰ ਨੂੰ ਜਾਵਾਂ,
ਮੈਂ ਆ ਰਾਜੇ ਦਾ ਰਾਜ ਹੜੱਪ ਲਾਂ, ਮੈਂ ਇਹਦਾ ਰਾਜ ਹੜੱਪ ਲਾਂ। ਇਸ ਤਰ੍ਹਾਂ ਬਾਬਾ ਤਰ ਸਿੰਘ ਮਹਾਰਾਜ ਜੀ ਕਹਿੰਦੇ ਉਹ ਰਾਜੇ ਨਹੀਂ, ਉਹ ਤਾਂ ਭੁੱਖੇ ਸੀ। ਫਕੀਰ ਤੁਰਿਆ ਜਾਂਦਾ ਹੈ, ਰਾਜਾ ਹਾਥੀ ਦੇ ਅਹੁਦੇ ਉੱਤੇ ਬੈਠਾ ਹੈ। ਫਕੀਰ ਨੂੰ 1 ਰੁਪਈਆ ਮਿਲ ਗਿਆ, ਉਹਨੇ ਭਗਾ ਕੇ ਰਾਜੇ ਕਿੰਨੀ ਪਾਲਕੀ ਵਿੱਚ ਮਾਰਿਆ। ਰਾਜਾ ਲੈ ਕੇ 1 ਰੁਪਈਆ ਬੜਾ ਖੁਸ਼ ਹੋਇਆ, ਹੱਸਦਾ ਰਾਜਾ, ਉਹ ਮਹਾਂਪੁਰਖਾਂ ਨੇ ਮੇਰੀ ਸ਼ਾਨੀ ਭਰੀ ਹੈ, ਲਓ 1 ਰੁਪਈਆ ਦਿੱਤਾ ਇਹਨਾਂ ਨੇ, ਇਹਨਾਂ ਨੂੰ ਕਈ ਪਿੰਡ ਦੇ ਦਿਓ, ਚਲੋ ਵਿਚਾਰੇ ਬਹਿ ਕੇ ਪ੍ਰਸ਼ਾਦਾ ਛਕ ਲੈਣਗੇ। ਜਦੋਂ ਰਾਜੇ ਦਾ ਇਹ ਹੁਕਮ ਸੁਣਿਆ, ਮਹਾਤਮਾ ਨੇ ਕਹਿਣ ਲੱਗੇ ਮੇਰੇ ਕੋਲੇ ਤਾਂ ਵਾਧੂ ਸੀ 1 ਰੁਪਈਆ, ਮੈਨੂੰ ਇੱਥੇ ਆ ਗਿਆ। ਮੈਂ ਕਿਹਾ ਮੈਂ ਕੀ ਕਰਨਾ, 2 ਰੋਟੀਆਂ ਪ੍ਰਮਾਤਮਾ ਨੇ ਸ਼ਾਮ ਨੂੰ ਦੇ ਹੀ ਦੇਣੀਆਂ। ਮੈਂ ਕਿਹਾ ਕੋਈ ਭੁੱਖਾ ਬੰਦਾ ਜਾਂਦਾ ਹਾਥੀ ਤੇ ਬੈਠਾ ਜਾਂਦਾ, ਉਹ ਕਹਿੰਦਾ ਭੁੱਖਾ? ਹਾਂ। ਕਹਿਣ ਲੱਗੇ ਰਾਜਾ ਹੈ ਤਾਂ ਸਾਡਾ, ਵਜ਼ੀਰਾਂ ਨੇ ਕਿਹਾ ਸਾਡਾ ਰਾਜਾ ਹੈ। ਕਹਿੰਦੇ ਚੱਲਿਆ ਕਿੱਧਰ ਨੂੰ ਹੈ? ਕਹਿੰਦੇ ਜੰਗ ਕਰਨ ਵਾਸਤੇ, ਕਿਸੇ ਰਾਜ ਭਾਗ ਨੂੰ ਲੁੱਟਣ ਵਾਸਤੇ। ਕਹਿੰਦੇ ਫਿਰ ਇਹ ਰਾਜਾ ਥੋੜੀ ਹੈ ਤਾਂ ਭੁੱਖਾ ਹੈ? ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਭਾਰ। ਹੁਣ ਸੈਦਾ ਮਲਾ ਬੈਠਾ ਸੋਚਦਾ ਕਦੋਂ ਆਉਣਗੇ ਕਲਗੀਆਂ ਵਾਲੇ। ਸੱਚੇ ਪਾਤਸ਼ਾਹ ਕਿਰਪਾ ਕਰ, ਜੇ ਮੈਂ 1 ਦਿਨ ਵੀ ਚੱਲਿਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਬੱਚੇ ਭੁੱਖੇ ਮਰ ਜਾਣ, ਨਾਲੇ ਭੁਲੇਖਾ ਵੀ ਹੈ, ਭਰਮ ਵੀ ਹੈ। ਤੇ ਸਤਿਗੁਰੂ ਜੀ ਕਹਿੰਦੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਣ ਵਾਲਾ ਪਰਮਾਤਮਾ ਹੈ। ਤੇ ਮਨ ਵਿੱਚ ਭਰਮ ਭੁਲੇਖਾ ਵੀ ਥੋੜਾ ਜਿਹਾ ਹੈ, ਪਾਲੀ ਬੈਠਾ ਵੀ ਜੇ ਮੈਂ ਚਲਿਆ ਗਿਆ ਫਿਰ ਮੇਰਾ ਘਰ-ਬਾਰ, ਮੇਰੀ ਰੋਟੀ ਪਾਣੀ ਦਾ, ਬੱਚਿਆਂ ਦਾ, ਮੇਰੇ ਦਾ ਕੀ ਬਣੂਗਾ। ਤੇ ਭਗਤ ਕਬੀਰ ਜੀ ਕਹਿੰਦੇ ਫਿਕਰ ਨਾ ਕਰ ਕਿਉਂ, ਜੀਨੇ ਤਾਂ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। ਜੀਨੇ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। ਜੀਨੇ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। ਜੀਨੇ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। ਲਾਇਆ ਪਾਲਣਹਾਰਾ ਮਾਲੀਏ। ਜਿਨ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। ਜਿਹੜੇ ਜੀਵ ਪੱਥਰ ਵਿੱਚ ਰਹਿੰਦੇ, ਜਿਹੜੇ ਜੀਵ ਪੱਥਰ ਵਿੱਚ ਰਹਿੰਦੇ, ਜਿਹੜੇ ਜੀਵ ਪੱਥਰ ਵਿੱਚ ਰਹਿੰਦੇ, ਜਿਹੜੇ ਜੀਵ ਪੱਥਰ ਵਿੱਚ ਰਹਿੰਦੇ। ਉਹ ਵੀ ਪੇਟ ਕਿਵੇਂ ਭਰ ਲੈਂਦੇ, ਉਹ ਵੀ ਪੇਟ ਕਿਵੇਂ ਭਰ ਲੈਂਦੇ, ਉਹ ਵੀ ਪੇਟ ਕਿਵੇਂ ਭਰ ਲੈਂਦੇ, ਉਹ ਵੀ ਪੇਟ ਕਿਵੇਂ ਭਰ ਲੈਂਦੇ। ਉਹਦਾ ਐਸਾ ਹੈ ਦਰਬਾਰ, ਉਹਦਾ ਐਸਾ ਹੈ ਦਰਬਾਰ, ਜਾਂਦਾ ਕੋਈ ਨਾ ਖਾਲੀ ਹੈ। ਜਿਹਨੇ ਜਗਤ ਬਗੀਚਾ ਲਾਇਆ, ਪਾਲਣਹਾਰਾ ਮਾਲੀਏ। 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 ਬਾਣੀ ਵੀ ਪੜਦਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸਿੱਖਾਂ ਨੂੰ ਬਈ ਕਰੋ ਤਿਆਰੀ, ਅੱਜ ਸਤਲੁਜ ਦੇ ਕੰਢੇ ਜਾਣਾ ਹੈ। ਸਤਲੁਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਉੱਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਉੱਥੇ ਫੌਜਾਂ ਇਕੱਠੀਆਂ ਹੋ ਗਈਆਂ, ਰਣ ਪੈ ਗਏ ਠੰਡੇ। ਇਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹ ਸਤਲੁਜ ਦੀ ਤਿਆਰੀ ਕਰੀ। ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕਰਨ ਸਾਰ ਮਹਾਰਾਜ ਨੇ ਹੁਕਮ ਕਰਤਾ ਮੇਰੇ ਨਾਲ 21 ਸਿੰਘ ਜਾਣਗੇ, ਮੈਥੋਂ ਬਿਨਾਂ 21 ਸਿੱਖ ਘੋੜ ਸਵਾਰ ਤਿਆਰ ਹੋ ਜਾਓ ਛੇਤੀ ਦੇਣ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਪਾ ਕੇ ਫਿਰ 21 ਸਿੱਖ, ਉਹ ਮਹਾਨ ਐਸੇ ਸੂਰਮੇ ਜਿਨ੍ਹਾਂ ਤੋਂ ਕੰਬੇਰ ਵਰਗੇ ਵੀ ਡਰਦੇ ਸੀ, ਉਹ ਸਿੱਖ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਬਜਾ ਕੇ ਤਿਆਰੀ ਵਿਆਰੀ ਕਰਕੇ, ਮਹਾਰਾਜ ਜਾਣਾ ਕਿੱਥੇ ਹੈ? ਕਹਿੰਦੇ ਅੱਜ ਜਾਣਾ ਸਤਲੁਜ ਦੇ ਕੰਢੇ ਉੱਤੇ। ਰਾਮ ਕਲੀ ਮਹੱਲਾ ਤੀਜਾ।
ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਬਜੀਆਂ ਬਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣਿਆ ਸਤਿਗੁਰਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਤ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾਲ ਰਹੋ ਤੁ ਮਨ ਮੇਰੇ ਦੁਖ ਸਭ ਵਿਚਾਰਨ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਾ ਗਲਾ ਸਮਰੱਥ ਸੁਆਮੀ ਲੋਕ ਮਨੋ ਵਿਸਾਰੇ ਕਹਿ ਨਾਨਕ ਮਨ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਉਹ ਕਰਤਾ ਤੇਰੇ ਸਭ ਕੁਝ ਹੈ ਇਸਦੇ ਸੋ ਪਾਵੇ ਸਾਜ ਕੁਸਲਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕਾ ਮਨ ਬਸਿਆ ਪਾਏ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਚ ਨਾਮ ਮੇਰਾ ਆਧਾਰੋ ਸਾਰ ਨਾਮ ਆਧਾਰ ਮੇਰਾ ਜਨ ਭੁਖਾ ਸਭ ਸੁਭਾਗਾ ਹਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਚਾਂ ਸਭ ਜਾਈਏ ਦਾਦਾ ਕੁਰਬਾਨ ਗਿਦਾ ਗੁਰ ਮਿਟੋ ਜਿਤਿਆਂ ਬੜਿਆ ਕਹਿ ਨਾਨਕ ਸੁਣ ਸੰਤੋ ਸ਼ਬਦ ਕਰੋ ਪਿਆਰੋ ਨਾਮ ਮੇਰਾ ਆਧਾਰੋ ਵਾਹੀ ਪੰਜ ਸ਼ਬਦ ਕਰ ਕਰਸ ਪਗ ਸ਼ਬਦ ਵਜੇ ਕਲਾਜਤ ਕਰਤਾਰੀਆ ਪੰਜ ਭੂਤ ਦੁਧ ਵਸਤੀ ਤੇ ਕਾਲ ਕੰਠ ਮਾਰਿਆ ਕਰਮ ਪਿਆ ਦੋ ਦਿਨ ਕੋ ਤੇ ਨਾਮ ਹਰ ਕੈ ਲਾਗੇ ਕਹਿ ਨਾਨਕ ਕਹਿ ਚੁਕ ਹੋਆ ਘਰ ਅਨਾਦ ਵਾਜੀ ਆਨੰਦ ਸੁਨੋ ਬੜ ਪਾਕੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਚੂੜੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪੂਰੇ ਗੁਰ ਤੇ ਜਾਣੀ ਬਿਨ ਬੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ